ਬਲਦੇਵ ਸਿੰਘ ਦੀ ਪੁਸਤਕ ਨਾਗਵਲ ਦੀ ਕਹਾਣੀ ਹੈ। ਰਾਤ ਦੀ ਕੁੱਖ ਵਿਚਲਾ ਸੂਰਜ। ਚੰਦਕੁਰ ਦਾ ਪਿਓ ਜਿਹਾ ਮੰਜੇ ਤੇ ਪਿਆ ਫੇਰ ਨਹੀਂ ਉੱਠਿਆ। ਕੋਈ ਮਾਮੂਲੀ ਆਦਮੀ ਨਹੀਂ ਸੀ ਚੰਦਕੁਰ ਦਾ ਪਿਓ। ਪਿੰਡ ਦਾ ਸਰਪੰਚ, ਸਹਿਕਾਰੀ ਸੁਸਾਇਟੀਆਂ ਦਾ ਕਰਤਾ ਧਰਤਾ। ਕਚਹਿਰੀ ਜਾਂਦਾ ਤਾਂ ਜੱਜਾਂ ਵਰਗਾ ਮਾਣ ਆਦਰ ਹੁੰਦਾ। ਐਡਾ ਚਲਦਾ ਪੁਰਜਾ ਆਦਮੀ ਇਉਂ ਚਲਾ ਜਾਏਗਾ ਕਿਸੇ ਪਿੰਡ ਵਾਸੀ ਨੇ ਕਲਪਿਆ ਵੀ ਨਹੀਂ ਸੀ। ਉਹਦੇ ਭੋਗ ਪੈਣ ਤੱਕ ਸਾਰੇ ਸੋਗੀ ਚਿਹਰੇ ਚੁੱਪ ਰਹੇ। ਫਿਰ ਹੌਲੀ-ਹੌਲੀ ਸ਼ੰਕਾਵਾਂ ਉਭਰਨ ਲੱਗੀਆਂ, ਕਿਆਸ ਸਰਾਈਆਂ ਹੋਣ ਲੱਗੀਆਂ। ਕੁਝ ਦਿਨ ਪਾ ਕੇ ਪਿੰਡ ਦੀਆਂ ਕੰਧਾਂ ਬੋਲਣ ਲੱਗੀਆਂ। ਨਵਾਂ ਸਰਪੰਚ ਕਿਹਨੂੰ ਬਣਾਇਆ ਜਾਏ? ਕਈ ਮੈਂਬਰ ਤਾਂ ਆਪਣੇ ਆਪ ਨੂੰ ਸਰਪੰਚ ਸਮਝਣ ਵੀ ਲੱਗ ਪਏ ਸੀ। ਅੰਦਰ ਖਾਤੇ ਮੈਂਬਰਾਂ ਦੀ ਖਿੱਚਾ ਧੋਈ ਸ਼ੁਰੂ ਹੋ ਗਈ ਸੀ। ਪਿੰਡ 'ਚ ਨਵੀਆਂ ਦੁਸ਼ਮਣੀਆਂ, ਨਵੀਆਂ ਯਾਰੀਆਂ ਨੇ ਸਿਰ ਚੁੱਕੇ। ਪਿੰਡ ਦੇ ਚੌਗਿਰਦੇ 'ਚ ਅਜੀਬ ਜਿਹੇ ਤਣਾਅ ਦਾ ਮੌਸਮ ਸੀ। ਪੰਚਾਇਤਾਂ ਦੀਆਂ ਚੋਣਾਂ 'ਚ ਅਜੇ 5 ਮਹੀਨੇ ਬਾਕੀ ਪਏ ਸੀ। ਜਿਹੜਾ ਵੀ ਮੈਂਬਰ ਇਹਨਾਂ 3 ਮਹੀਨਿਆਂ ਲਈ ਸਰਪੰਚ ਬਣਦਾ ਸੀ, ਅਗਲੀਆਂ ਚੋਣਾਂ 'ਚ ਉਹਦੀ ਜਿੱਤ ਯਕੀਨੀ ਸੀ। ਪਿੰਡ 'ਚ 2 ਧੜੇ ਬਣ ਗਏ। ਹਥਿਆਰ ਮੋਢਿਆਂ ਤੇ ਲਟਕਣ ਲੱਗੇ। ਆਪਣਾ ਪੱਖ ਭਾਰੀ ਕਰਨ ਲਈ ਪਿੰਡ ਦੇ ਲੋਕਾਂ ਤੇ ਮੋਹਤਬਰਾਂ ਦੀ ਪੁੱਛ ਪ੍ਰਤੀਤ ਹੋਣ ਲੱਗੀ। ਵੇਲੜਾਂ ਤੇ ਅਮਲੀਆਂ ਦਾ ਵੀ ਸਤਿਕਾਰ ਹੋਣ ਲੱਗਾ। ਪਿੰਡ 'ਚੋਂ ਨਿੱਤ ਨਵੀਆਂ ਅਫਵਾਹਾਂ ਦਾ ਧੂੰਆਂ ਉੱਠਣ ਲੱਗਾ। ਪਿੰਡ ਦੇ ਸਿਆਣੇ ਬਜ਼ੁਰਗਾਂ ਤੇ ਕੁਝ ਮੈਂਬਰਾਂ ਨੇ ਰਾਏ ਕੀਤੀ, ਜੇ ਆਪਸ 'ਚ ਲੜਾਈ ਹੋ ਗਈ ਤਾਂ ਪਿੰਡ ਦੀ ਪਰੰਪਰਾ ਨੂੰ ਧੱਕਾ ਲੱਗੇਗਾ ਕਿ ਉਹਨਾਂ ਚੰਦਕੁਰ ਨੂੰ ਇਸਤਰੀ ਮੈਂਬਰ ਅਡਾਪਟ ਕਰਕੇ ਸਰਪੰਚ ਬਣਾ ਲਿਆ ਜਾਏ। ਇਉਂ ਹਾਲ ਦੀ ਘੜੀ ਟਕਰਾਅ ਟਲ ਜਾਏਗਾ। ਨਾਲੇ ਚੰਦਕੁਰ ਦੇ ਪਿਓ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਉਹਦੇ ਅਧੂਰੇ ਕੰਮ ਉਹਦੀ ਧੀ ਪੂਰੀ ਕਰੇ। ਇਹ ਰਾਏ ਸਾਰਿਆਂ ਨੂੰ ਜੱਚ ਗਈ। ਚੰਦਕੁਰ ਦੇ ਪਿਓ ਦੀਆਂ ਘੱਟ ਕੁਰਬਾਨੀਆਂ ਨਹੀਂ ਸਨ ਪਿੰਡ ਦੇ ਵਿਕਾਸ ਲਈ। ਉਹਨੇ ਪੂਰਾ ਜੀਵਨ ਲਾਤਾ। ਉਂਝ ਵੀ ਉਹ ਆਜ਼ਾਦੀ ਘੁਲਾਟੀਆ ਸੀ। ਕਈ ਸਨਮਾਨ ਪੱਤਰ ਮਿਲੇ ਸਨ ਉਹਨੂੰ। ਚੰਦਕੁਰ ਆਪਣੇ ਸਰਪੰਚ ਪਿਓ ਕੋਲ ਰੰਡੇਪੇ ਵਰਗੇ ਦਿਨ ਕੱਟ ਰਹੀ ਸੀ। ਪਿਛਲੇ 10 ਸਾਲਾਂ ਤੋਂ ਇੱਥੇ ਹੀ ਸੀ। ਉਹਦਾ ਘਰ ਵਾਲਾ ਚੰਦਕੁਰ ਨੂੰ ਪਸੰਦ ਨਹੀਂ ਸੀ ਕਰਦਾ ਤੇ ਉਹ ਆਪਣੇ ਪਿਓ ਦੀ ਢੇਰੀ ਦੇ ਮਨ ਤੇ ਇੱਕ ਧੀ ਇੱਕ ਪੁੱਤ ਉਂਗਲ ਲਾ ਕੇ ਪੇਕੀ ਆਣ ਬੈਠੀ ਸੀ। ਬਾਅਦ ਵਿੱਚ ਚੰਦਕੁਰ ਦੇ ਘਰ ਵਾਲੇ ਨੇ ਮੁੰਡਾ ਕੁੜੀ ਲੈ ਜਾਣ ਵਾਸਤੇ ਕਈ ਵਾਰ ਪੰਚਾਇਤਾਂ ਭੇਜੀਆਂ, ਪਰ ਚੰਦਕੁਰ ਨੇ ਇੱਕੋ ਜਿੱਦ ਫੜੀ ਰੱਖੀ, ਨਾ ਉੱਥੇ ਜਵਾਕ ਜਾਣਗੇ ਨਾ ਮੈਂ ਜਾਵਾਂਗੀ। ਜ਼ਿੱਦੀ ਤਾਂ ਇੰਨੀ ਸੀ ਵੀ ਜੇ ਬੱਕਰੀ ਨੂੰ ਭੇਡ ਕਹਿਤਾ ਤਾਂ ਫਿਰ ਭਾਵੇਂ ਜ਼ਬਾਨ ਵੱਢ ਦਿਓ, ਉਹ ਆਖਰ ਤੱਕ ਬੱਕਰੀ ਨੂੰ ਭੇਡ ਹੀ ਕਹੀ ਜਾਏਗੀ। ਸੀ ਤਾਂ ਉਹ ਪਿੰਡ ਦੀ ਧੀ ਧਿਆਣੀ, ਪਰ ਮੂੰਹ ਫੱਟ ਬੜੀ ਸੀ। ਉਮਰ 50 ਨੂੰ ਢੁੱਕਦੀ ਸੀ। ਠੋਡੀ ਤੇ 3 ਕਵਾਲ ਉੱਗੇ ਹੋਏ ਸਨ। ਉਭਰਿਆ ਮੱਥਾ, ਖੁੱਲੇ ਹੱਡ ਪੈਰ, ਕੰਨਾਂ 'ਚ ਡੰਡੀਆਂ ਜਿਹਦੇ 'ਚੋਂ ਦੀ ਮੁਲਕ ਤਾਂ ਨਹੀਂ ਸਾਰਾ ਪਿੰਡ ਲੰਘਾਇਆ ਜਾ ਸਕਦਾ ਸੀ। ਚੁੰਨੀ ਦੀ ਬੁੱਕਲ ਨਹੀਂ ਸੀ ਮਾਰਦੀ। ਸਿਰ ਤੇ ਲੈ ਕੇ ਦੋਨੋਂ ਲੜ ਪਿੱਛੇ ਸਿੱਟ ਲੈਂਦੀ ਸੀ। ਹਿੰਮਤ ਐਨੀ, ਆਪਣੀ ਉਮਰ ਦੀਆਂ ਤੀਵੀਆਂ ਨੂੰ ਤੁਰਨ ਵੇਲੇ ਨਾਲ ਨਾ ਰਲਣ ਦਿੰਦੀ। ਤੇ ਆਪਣੇ ਪਿੰਡ 'ਚ ਚੰਦਕੁਰ ਨੇ ਕਿਹੜਾ ਘੁੰਡ ਕੱਢਣਾ ਸੀ ਤੇ ਬੋਲਣ ਲੱਗਿਆਂ ਸੋਚਣਾ ਸੀ। ਇੱਕੋ ਇੱਕ ਧੀ ਹੋਣ ਕਰਕੇ ਤੇ ਮਾਂ ਸਿਰ ਤੇ ਨਾ ਹੋਣ ਕਰਕੇ ਲਾਡਲੀ ਸੀ। ਸਹੁਰੀ ਵੀ ਇਸੇ ਕਰਕੇ ਦਾਲ ਨਹੀਂ ਸੀ ਗਲੀ। ਆਪਣੇ ਪਿਓ ਵਾਂਗੀ ਹਾਸੇ ਭਾਣੇ ਉਹ ਕਈਆਂ ਨੂੰ ਭੈਣ ਦਾ ਯਾਰ ਨਾ ਹੋਵੇ, ਮਾਂ ਦਾ ਯਾਰ, ਸਾਲਾ, ਕੁੱਤਾ ਵਰਗੀਆਂ ਗਾਲਾਂ ਕੱਢ ਦਿੰਦੀ। ਪਿੰਡ ਦੀ ਕੁੜੀ ਸੋਚ ਕੇ ਲੋਕ ਚੁੱਪ ਰਹਿੰਦੇ ਜਾਂ ਹੱਸ ਕੇ ਟਾਲ ਦਿੰਦੇ। ਪਿੱਠ ਪਿੱਛੇ ਲੋਕ ਉਹਨੂੰ ਦਾੜੀ ਵਾਲੀ ਤੀਵੀਂ ਆਖਦੇ। ਸਰਪੰਚ ਬਣਾਉਣ ਦੀ ਰਾਏ ਲੈ ਕੇ ਜਦੋਂ ਕੁਝ ਸਿਆਣੇ ਉਸ ਕੋਲ ਗਏ, ਪਹਿਲਾਂ ਤਾਂ ਚੰਦਕੁਰ ਨੂੰ ਇਹ ਫੈਸਲਾ ਮਨਜ਼ੂਰ ਨਾ ਹੋਇਆ। ਉਹ ਬਿਫਰੀ, ਇਹ ਕਿਵੇਂ ਹੋ ਸਕਦਾ? ਇੰਨੇ ਮੈਂਬਰ ਛੱਡ ਕੇ ਮੈਨੂੰ ਸਰਪੰਚ ਬਣਾਉਣਗੇ? ਮਾਂ ਦੇ ਯਾਰ ਉਹ ਹੁੰਦੇ ਕੌਣ ਹੈ? ਸੋਚਣ ਵਾਲੇ। ਐਂ ਕਦੇ ਹੁੰਦਾ? ਮੈਂ ਤਾਂ ਅੱਗ ਨਹੀਂ ਲਾਉਂਦੀ ਇਹੋ ਜਿਹੀ ਸਰਪੰਚੀ ਨੂੰ। ਸਾਲੇ ਨਾ ਹੋਣ ਤਾਂ। ਲੋਕਾਂ ਨੇ ਜ਼ੋਰ ਪਾਇਆ। ਪਿੰਡ ਤੇ ਸੰਕਟ ਸੀ। ਉਹਦੇ ਹਾਂ ਕਰਨ ਨਾਲ ਲੜਾਈ ਝਗੜੇ ਤੋਂ ਬਚਿਆ ਜਾ ਸਕਦਾ ਸੀ। ਸਰਪੰਚੀ ਦੀ ਦੌੜ 'ਚ ਪਤਾ ਨਹੀਂ ਕਿੰਨੇ ਕਤਲ ਹੋ ਜਾਣ। ਸਰਪੰਚ ਬਣਨਾ ਮੰਨ ਕੇ ਉਹ ਪਿੰਡ ਤੇ ਅਹਿਸਾਨ ਹੀ ਕਰੇਗੀ। ਚੰਦਕੁਰ ਸੱਚਮੁੱਚ ਪਰੇਸ਼ਾਨ ਹੋ ਗਈ ਤੇ ਉਹਦੀ ਸ਼ਸ਼ੋ-ਪੰਜ ਤੇ ਲੋਕਾਂ ਨੇ ਸਰਪੰਚੀ ਦੀ ਮੋਹਰ ਲਾ ਦਿੱਤੀ। ਨਲਕਿਆਂ ਤੇ ਟੋਭਿਆਂ ਤੇ ਔਰਤਾਂ ਕੁੜੀਆਂ ਮੂੰਹ ਜੋੜ-ਜੋੜ ਗੱਲਾਂ ਕਰਨ ਲੱਗੀਆਂ। ਹਿਆ ਨਹੀਂ, ਕਦੇ ਅੱਗੇ ਨਾ ਕਦੇ ਪਿੱਛੇ। ਤੀਵੀਂ ਮਾਂ ਨਹੀਂ ਹੈ, ਬੰਦਿਆਂ 'ਚ ਬੈਠੀ ਚੰਗੀ ਲੱਗੂ। ਪਿੰਡ ਦੀ ਧੀ ਧਿਆਣੀ ਹੈ, ਕਿਸੇ ਨੂੰ ਮੰਦਾ ਚੰਗਾ ਵੀ ਬੋਲਣਾ ਪੈਂਦਾ। ਇਹਦੀ ਮੱਤ ਨੂੰ ਕੀ ਹੋ ਗਿਆ? ਸਰਪੰਚ ਬਣੀ ਚੰਦਕੁਰ ਪਹਿਲਾਂ ਕੁਝ ਝਿਜਕਦੀ, ਕਈ ਪੁਰਾਣੇ ਮੈਂਬਰਾਂ ਤੋਂ ਝੇਂਪ ਜਾਂਦੀ। ਦਿਨ ਲੰਘਦੇ ਗਏ। ਲੋਕਾਂ ਦੇ ਕੰਮੀ ਧੰਦੀ ਉਹਨੂੰ ਸ਼ਹਿਰ ਜਾਣਾ ਪੈਂਦਾ, ਕਚਹਿਰੀ ਜਾਣਾ ਪੈਂਦਾ, ਪਿੰਡ ਦੇ ਝਮੇਲਿਆਂ ਦੇ ਫੈਸਲੇ ਕਰਨੇ ਪੈਂਦੇ। ਪਿੰਡ ਦੇ ਸਾਂਝੇ ਕਾਰਜ ਵਿੱਚ ਉਹਦੀ ਰਾਏ ਨੂੰ ਮਹੱਤਵ ਦਿੱਤਾ ਜਾਣ ਲੱਗਾ। ਲੋਕ ਉਹਦੇ ਫੈਸਲਿਆਂ ਨੂੰ ਮਾਨਤਾ ਦੇਣ ਲੱਗ ਪਏ ਤੇ ਹੌਲੀ-ਹੌਲੀ ਚੰਦਕੁਰ ਤੇ ਸਰਪੰਚੀ ਦਾ ਰੰਗ ਚੜ੍ਹਨ ਲੱਗਾ। ਆਪਣੇ ਪਿਓ ਦੀ ਮੌਤ ਦਾ ਦੁੱਖ ਭੁੱਲ ਗਈ ਉਹ। ਕਈ ਫੈਸਲੇ ਉਹ ਮੈਂਬਰਾਂ ਦੀ ਰਾਏ ਪੁੱਛੇ ਬਿਨਾਂ ਹੀ ਕਰਨ ਲੱਗੀ। ਪੁਰਾਣੇ ਮੈਂਬਰਾਂ ਨੇ ਇਸ 'ਚ ਹੱਤਕ ਮਹਿਸੂਸ ਕੀਤੀ। ਕੁਝ ਮੈਂਬਰ ਬਾਗੀ ਹੋਣ ਲੱਗੇ। ਚੰਦ ਕੌਰ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਇੱਕ ਮੈਂਬਰ ਵਧੇਰੇ ਤਿੜਫਿੜ ਕਰਨ ਲੱਗਾ ਤਾਂ ਉਸ ਕੋਲੋਂ ਸਰਕਾਰੀ ਡਿਪੂ ਖੋਲਿਆ ਤੇ ਆਪਣੇ ਸ਼ਰੀਕੇ ਦੇ ਇੱਕ ਬੰਦੇ ਨੂੰ ਦਵਾਤਾ।
ਮੈਂਬਰ ਚੁੱਪ ਵੀ ਹੋ ਗਏ ਤੇ ਡਰਨ ਵੀ ਲੱਗੇ। ਕੋਈ ਨਾ ਕੋਈ ਘਾਟ ਤਾਂ ਹਰ ਇੱਕ 'ਚ ਹੁੰਦੀ ਹੈ। ਚੰਦਕੁਰ ਦੀ ਇਹ ਪਹਿਲੀ ਸਿਆਸੀ ਚਾਲ ਸੀ। ਪਿੰਡ 'ਚ ਹੀ ਸਾਂਝਾ ਗੁਰਦੁਆਰਾ ਸੀ। ਸੰਗਰਾਂਦ ਵਾਲੇ ਦਿਨ ਜਾਂ ਕਿਸੇ ਗੁਰਪੁਰਬ ਤੇ ਤਿਉਹਾਰ ਸਮੇਂ ਮਜ਼੍ਹਬੀ ਤੇ ਰਾਮਦਾਸੀ ਉਸੇ ਗੁਰਦੁਆਰੇ 'ਚ ਜਾਂਦੇ ਸੀ। ਆਪਣੇ ਆਪ ਨੂੰ ਉੱਚਾ ਉੱਚਾ ਮਹਿਸੂਸ ਕਰਿਆ ਕਰਦੇ ਸਨ। ਉਂਝ ਤਾਂ ਆਮ ਦਿਨਾਂ 'ਚ ਉਹ ਲੋਕ ਆਪਣੇ ਆਪ ਨੂੰ ਜੱਟ ਭਾਈਚਾਰੇ 'ਚੋਂ ਛੇਕੇ ਹੋਈ ਸਮਝਦੇ ਸੀ। ਇੱਥੇ ਚੰਦ ਕੌਰ ਨੇ ਦੂਸਰੀ ਸਿਆਸੀ ਚਾਲ ਖੇਡੀ। ਪਿੰਡ ਦੇ ਵਿਹੜੇ ਵਾਲੇ ਪਾਸੇ ਪਈ ਸ਼ਾਮਲਾਟ ਹਰੀਜਨਾਂ ਦੇ ਗੁਰਦੁਆਰੇ ਲਈ ਅਲਾਟ ਕਰਤੀ ਤੇ ਪੰਚਾਇਤੀ ਫੰਡ ਵਿੱਚੋਂ ਗੁਰਦੁਆਰੇ ਲਈ ਸਹਾਇਤਾ ਵੀ ਦਿੱਤੀ। ਇੱਕ ਵੇਰਾਂ ਤਾਂ ਚੰਦ ਕੌਰ ਦੀ ਬੱਲੇ ਬੱਲੇ ਹੋ ਗਈ। ਹਰੀਜਨ ਜੈ ਜੈਕਾਰ ਕਰਨ ਲੱਗੇ। ਹੁਣ ਉਹਨਾਂ ਦਾ ਆਪਣਾ ਵੀ ਕੋਈ ਧਰਮ ਸਥਾਨ ਬਣਦਾ ਸੀ। ਉੱਥੇ ਹੀ ਸੰਗਰਾਂਦ ਤੇ ਉਹਨਾਂ ਦੀਆਂ ਵਿਆਹ ਸ਼ਾਦੀਆਂ ਹੋਇਆ ਕਰਨਗੀਆਂ। ਤੇ ਜਦੋਂ ਕੁਝ ਸਿਆਣੇ ਹਰੀਜਨਾਂ ਨੂੰ ਚੰਦ ਕੌਰ ਦੀ ਇਹ ਚਾਲ ਸਮਝ ਆਈ, ਉਦੋਂ ਬਹੁਤ ਦੇਰ ਹੋ ਚੁੱਕੀ ਸੀ। ਗੁਰਦੁਆਰੇ ਦੇ 2 ਕਮਰੇ ਉਸਾਰੇ ਜਾ ਚੁੱਕੇ ਸੀ ਤੇ ਇੱਕ ਵਿੱਚ ਪਾਲਕੀ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਿਆ ਸੀ। ਇੱਕ ਤਰ੍ਹਾਂ ਨਾਲ ਸਾਰੇ ਹਰੀਜਨ ਪਿੰਡ 'ਚੋਂ ਕੱਟੇ ਗਏ ਸਨ। ਹੁਣ ਪਿੰਡ ਵਾਲੇ ਗੁਰਦੁਆਰੇ 'ਚ ਵੜਨੋਂ ਝਿਜਕਦੇ। ਉਹ ਅਲੱਗ ਤਾਂ ਪਹਿਲਾਂ ਹੀ ਸਨ, ਹੁਣ ਮਾਨਸਿਕ ਤੌਰ ਤੇ ਵੀ ਵਖਰੇਵੇਂ ਦੀ ਕੰਧ ਉਸਰ ਗਈ। ਪਿੰਡ 'ਚ ਬੜਾ ਹੀ ਪੁਰਾਣਾ ਖੰਡਰ ਬਣਿਆ ਇੱਕ ਸ਼ਿਵ ਦੁਆਲਾ ਸੀ। ਉਸ ਬਾਰੇ ਲੋਕਾਂ ਦੀਆਂ ਵੱਖ-ਵੱਖ ਰਾਵਾਂ ਸਨ। ਕੋਈ ਕਹਿੰਦਾ ਪਹਿਲਾਂ ਇਸ ਮੰਦਿਰ ਤੇ ਬੜੀਆਂ ਰੌਣਕਾਂ ਰਹਿੰਦੀਆਂ ਸੀ, ਸੁਣਦੇ ਹਾਂ, ਪਰ ਆਖਦੇ ਨੇ ਇੱਕ ਵਾਰੀ ਗਜਨੀ ਇਹਨੂੰ ਤਬਾਹ ਕਰ ਗਿਆ, ਉਦੋਂ ਦਾ ਇਸੇ ਹਾਲਤ ਵਿੱਚ ਹੈ। ਕੋਈ ਹੋਰ ਦੱਸਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਕੁਝ ਵਰੇ ਪਹਿਲਾਂ ਹੀ ਮੰਦਿਰ ਉਸਾਰਿਆ ਗਿਆ ਸੀ। ਇਹ ਕੋਈ 15 ਦਾ ਉੱਚੇ ਚਬੂਤਰੇ ਤੇ ਨਿੱਕੀ ਇੱਟ ਦਾ ਉਸਾਰਿਆ ਮੰਦਿਰ ਸੀ। ਇਹਦੇ ਚਾਰੀ ਪਾਸੇ ਦਰਵਾਜ਼ੇ ਸੀ, ਜਿਸ 'ਚ ਹੁਣ ਕਬੂਤਰਾਂ ਚਿੜੀਆਂ ਨੇ ਆਲਣੇ ਬਣਾ ਲਏ ਹੈ। ਤੇ ਚੰਦ ਕੌਰ ਨੇ ਸ਼ਹਿਰੋਂ ਸ਼ਿਵ ਦੀ ਮੂਰਤੀ ਲਿਆ ਕੇ ਇਸ ਮੰਦਿਰ 'ਚ ਰਖਾਤੀ। ਪਿੰਡ ਦੇ ਕੁਝ ਕੁ ਹਿੰਦੂ ਘਰ ਇਹਨੂੰ ਸੰਭਰਨ ਸਵਾਰਨ ਲੱਗੇ, ਉਹਦੀ ਮੁਰੰਮਤ ਕਰਨ ਲੱਗੇ। ਮੰਦਿਰ 'ਚ ਇੱਕ ਪੁਜਾਰੀ ਦਾ ਪ੍ਰਬੰਧ ਵੀ ਹੋ ਗਿਆ। ਪਿੰਡ ਵਾਲਿਆਂ ਵਾਸਤੇ ਚੰਦ ਕੌਰ ਧਰਮ ਨਿਰਪੇਖਤਾ ਦੀ ਦੇਵੀ ਹੋ ਨਿਬੜੀ। ਇਹਨਾਂ 5 ਮਹੀਨਿਆਂ 'ਚ ਚੰਦ ਕੌਰ ਨੇ ਕਿਸੇ ਨੂੰ ਸਰਕਾਰੀ ਕਰਜ਼ੇ ਦਵਾਏ, ਕਿਸੇ ਨੂੰ ਪਸ਼ੂਆਂ ਦੇ ਚਾਰੇ ਲਈ ਸਰਕਾਰੀ ਦੁਕਾਨ ਖੋਲ੍ਹ ਦਿੱਤੀ, ਕਿਸੇ ਨੂੰ ਤੇਲ ਦਾ ਡਿਪੂ ਦਵਾਇਆ ਤੇ ਇਉਂ ਉਹਨੇ ਆਪਣੇ ਦੁਆਲੇ ਇੱਕ ਵਿਸ਼ੇਸ਼ ਭੀੜ ਜਮ੍ਹਾਂ ਕਰ ਲਈ। ਚੰਦ ਕੌਰ ਦੇ ਪਿਓ ਵੇਲੇ ਦੇ ਜਮ੍ਹਾਂ ਕੀਤੇ ਫੰਡ ਪਏ ਸਨ। ਚੰਦ ਕੌਰ ਦੇ ਸਲਾਹਕਾਰਾਂ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਦੀ ਵਿਉਂਤ ਉਲੀਕੀ। ਇਉਂ 2 ਫਾਇਦੇ ਸੀ। ਅਗਲੀਆਂ ਹੋਣ ਵਾਲੀਆਂ ਪੰਚਾਇਤੀ ਚੋਣਾਂ 'ਚ ਚੰਦ ਕੌਰ ਦੇ ਹਮੈਤੀਆਂ ਦਾ ਪੱਲੜਾ ਭਾਰੀ ਰਹਿਣਾ ਸੀ ਤੇ ਨਾਲੇ ਅੱਧ-ਪਚੱਧ ਫੰਡ ਹਜ਼ਮ ਕਰਨ ਦਾ ਬਹਾਨਾ ਵੀ ਮਿਲਣਾ ਸੀ। ਇਉਂ ਹੀ ਜੋੜਦਿਆਂ ਤੋੜਦਿਆਂ ਬਣਾਉਂਦਿਆਂ ਢਾਉਂਦਿਆਂ 5 ਮਹੀਨੇ ਲੰਘ ਗਏ। ਰਾਜ ਭਰ 'ਚ ਚੋਣਾਂ ਦਾ ਐਲਾਨ ਹੋ ਗਿਆ। ਇਸ ਵਾਰ ਮੈਂਬਰਾਂ ਨੇ ਸਰਪੰਚ ਨਹੀਂ ਸੀ ਚੁਣਨਾ। ਮੈਂਬਰਾਂ ਤੇ ਸਰਪੰਚਾਂ ਲਈ ਅਲੱਗ-ਅਲੱਗ ਵੋਟਾਂ ਪੈਣੀਆਂ ਸੀ। ਚੰਦ ਕੌਰ ਤੇ ਉਹਦੇ ਦੁਆਲੇ ਜੁੜੀ ਭੀੜ ਸਰਗਰਮ ਹੋ ਗਈ। ਕੁਝ ਮੈਂਬਰ ਚੰਦ ਕੌਰ ਨਾਲ ਨਾਰਾਜ਼ ਵੀ ਸਨ। ਨਾਰਾਜ਼ਗੀ ਕੋਈ ਡਾਂਗਾ ਸੋਟੀਆਂ ਚੱਲੀਆਂ ਦੀ ਨਹੀਂ ਸੀ। ਚੰਦ ਕੌਰ ਨੇ ਉਹਨਾਂ ਕੋਲੋਂ ਕਿਸੇ ਕੰਮ ਕਰਨ ਦੀ ਸਲਾਹ ਨਹੀਂ ਸੀ ਲਈ। ਉਹਨਾਂ ਨੂੰ ਅਹਿਮੀਅਤ ਨਹੀਂ ਸੀ ਦਿੱਤੀ ਗਈ ਜਾਂ ਭੰਨ ਤੋੜ ਵੇਲੇ ਛਕੇ ਫੰਡਾਂ ਵਿੱਚੋਂ ਉਹਨਾਂ ਨੂੰ ਹਿੱਸਾ ਨਹੀਂ ਸੀ ਮਿਲਿਆ। ਪੰਚਾਇਤ ਵਿੱਚ ਉਹਨਾਂ ਦੀ ਕੋਈ ਹੈਸੀਅਤ ਨਹੀਂ ਸੀ ਰਹਿ ਗਈ। ਹੁਣ ਚੋਣਾਂ ਵੇਲੇ ਉਹ ਮੈਂਬਰ ਜਿਨ੍ਹਾਂ ਨੂੰ ਚੰਦ ਕੌਰ ਜੁੰਡਲੀ ਦੇ ਕੀਤੇ ਕਪੜਿਆਂ ਦੀ ਸੂਹ ਸੀ, ਉਹ ਕਾਫੀ ਉਤੇਜਿਤ ਸਨ ਤੇ ਘਰ ਘਰ ਜਾ ਕੇ ਉਹਨਾਂ ਨੇ ਲੋਕਾਂ ਦੇ ਕੰਨਾਂ 'ਚ ਅਜਿਹੀ ਫੂਕ ਮਾਰੀ, ਹਵਾ ਦਾ ਰੁੱਖ ਹੀ ਬਦਲ ਗਿਆ। ਚੰਦ ਕੌਰ ਜਿੱਦੀ ਤੇ ਹੱਠੀ ਤਾਂ ਸੀ। ਮੈਂਬਰਾਂ ਦੀਆਂ ਇਹਨਾਂ ਹਰਕਤਾਂ ਤੇ ਕ੍ਰੋਧਵਾਨ ਵੀ ਹੋ ਉੱਠੀ। ਆਪਣੇ ਖੁਸ਼ਾਮਦੀ ਬੁਲਾਏ ਤੇ ਬੰਦ ਦਰਵਾਜ਼ਿਆਂ ਦੇ ਓਲੇ 'ਚ ਕਈ ਅਹਿਮ ਫੈਸਲੇ ਕੀਤੇ। ਦਿਨ ਚੜ੍ਹਦੇ ਨੂੰ ਪਿੰਡ 'ਚ ਹਾਹਾਕਾਰ ਮਚ ਗਈ। ਸ਼ਿਵ ਦੁਆਲੇ ਦੇ ਮੰਦਿਰ 'ਚ ਗਊ ਦੀ ਪੂਜ ਪੁਜਾਰੀ ਨੇ ਵੇਖੀ ਤੇ ਡਰ ਨਾਲ ਕੰਬ ਗਿਆ। ਹਿੰਦੂਆਂ ਦੇ ਘਰ ਕ੍ਰੋਧ ਵਿੱਚ ਤੜਪ ਉੱਠੇ। ਅਗਲੇ ਦਿਨ ਗੁਰਦੁਆਰੇ ਦੇ ਅਹਾਤੇ 'ਚ ਸਿਗਰਟਾਂ ਦੀਆਂ ਡੱਬੀਆਂ ਮਿਲੀਆਂ। ਹੁਣ ਸਾਰਾ ਪਿੰਡ ਰੋਹ 'ਚ ਕੰਬਣ ਲੱਗਾ। ਲੋਕਾਂ ਦੀਆਂ ਅੱਖਾਂ 'ਚ ਲਹੂ ਉਤਰਿਆ ਤੇ ਰਾਤ ਭਰ ਪਿੰਡ ਦੀ ਫਿਜ਼ਾ 'ਚ ਨਫ਼ਰਤ ਹਿਣਕਦੀ ਰਹੀ। ਦਿਨ ਚੜੇ ਲੋਕਾਂ ਨੇ ਵੇਖਿਆ ਮੰਦਿਰ ਦਾ ਪੁਜਾਰੀ ਮੰਦਿਰ ਦੇ ਬਾਹਰ ਕਤਲ ਕੀਤਾ ਗਿਆ ਸੀ। ਸਾਰਾ ਪਿੰਡ ਸਹਿਮ ਗਿਆ। ਘਰੋਂ ਘਰੀ ਜੰਗਾਲੇ ਹਥਿਆਰ ਲਿਸ਼ਕਾਏ ਜਾਣ ਲੱਗੇ, ਜਿਵੇਂ ਲੋਕਾਂ ਨੇ ਐਤਕਾਂ ਦੀ ਫਸਲ ਹਥਿਆਰ ਬੀਜਣੇ ਹੋਣ। ਚੰਦ ਕੌਰ ਬਲਾਕ ਅਫਸਰ ਕੋਲ ਗਈ, SDM ਨੂੰ ਮਿਲੀ, ਗਵਰਨਰਾਂ ਨੂੰ ਤਾਰਾਂ ਦਵਾਈਆਂ। ਜੇ ਅਜਿਹੇ ਨਾਜ਼ੁਕ ਸਮੇਂ ਚੋਣਾਂ ਕਰਵਾਈਆਂ ਤਾਂ ਹੋ ਸਕਦਾ ਹੈ ਹਾਕਮ ਪਾਰਟੀ ਦੇ ਵਕਾਰ ਨੂੰ ਧੱਕਾ ਲੱਗੇ ਤੇ ਚੋਣਾਂ 6 ਮਹੀਨੇ ਅੱਗੇ ਪਾ ਦਿੱਤੀਆਂ ਗਈਆਂ। ਇਹ ਚੰਦ ਕੌਰ ਦੀ ਇੱਕ ਹੋਰ ਸਿਆਸੀ ਜਿੱਤ ਸੀ। ਵਿਰੋਧੀ ਧਿਰ ਹੱਥ ਮਲਦੀ ਰਹਿ ਗਈ। ਪੁਜਾਰੀ ਦੇ ਕਤਲ ਦਾ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ। ਪਿੰਡ 'ਚ ਇੱਕ ਵਾਰ ਫੇਰ ਸਹਿਮੀ ਜੀ ਸ਼ਾਂਤੀ ਪਸਰ ਗਈ। ਲੋਕ ਕੰਮੀ ਧੰਦੀ ਜਾਣ ਲੱਗੇ। ਹਾਂ, ਚੰਦ ਕੌਰ ਦਾ ਸੀਰੀ ਕੇਸਰ ਆਪਣੀ ਗਊ ਦੀ ਪੂਛ ਨੂੰ ਕਈ ਦਿਨ ਹਲਦੀ ਦੀਆਂ ਪੱਟੀਆਂ ਬੰਨ੍ਹਦਾ ਰਿਹਾ ਤੇ ਲੋਕਾਂ ਨੂੰ ਆਖਦਾ ਰਿਹਾ, ਇਹਨੂੰ ਬਾਹਮਣੀ ਲੱਗ ਗਈ ਸੀ, ਕੱਟਣੀ ਪਈ।
ਹੁਣ ਚੰਦ ਕੌਰ ਨੂੰ ਆਪਣੇ ਵਿਰੋਧੀ ਨੰਗੇ ਚਿੱਟੇ ਦਿਸਣ ਲੱਗ ਪਏ। ਉਹਨੇ 2 ਸਿਰ ਕੱਢ ਬੰਦੇ ਅਫੀਮ ਤੇ ਸ਼ਰਾਬ ਦੇ ਕੇਸ 'ਚ ਫਸਵਾ ਦਿੱਤੇ ਤੇ ਮਸ਼ਵਰਾ ਦਿੱਤਾ ਜੇ ਇਹਨਾਂ ਨੂੰ ਪੰਚਾਇਤੀ ਚੋਣਾਂ ਤੱਕ ਅੰਦਰ ਹੀ ਰੱਖਿਆ ਜਾਏ ਤਾਂ ਪਰੇਸ਼ਾਨੀ ਘੱਟ ਹੋਏਗੀ। ਜਿਹੜੇ ਲੋਕ ਚੰਦ ਕੌਰ ਦੀ ਹਾਂ 'ਚ ਹਾਂ ਮਿਲਾਉਂਦੇ ਸੀ, ਉਹਦੀ ਨਿਗਾਹ 'ਚ ਉਹੀ ਲੋਕ ਪਿੰਡ ਦਾ ਹਿੱਤ ਚਾਹੁਣ ਵਾਲੇ ਸਨ। ਬਾਕੀ ਸਭ ਧੜੇ ਪਿੰਡ ਦੇ ਦੁਸ਼ਮਣ ਸਨ। ਅਜਿਹੇ ਲੋਕਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਹ ਆਪਣੇ ਹਮਾਇਤੀਆਂ ਨੂੰ ਹਦਾਇਤਾਂ ਕਰਦੇ। ਚੰਦ ਕੌਰ ਨੇ ਇਹਨਾਂ ਦਿਨਾਂ 'ਚ ਚੰਮ ਦੀਆਂ ਚਲਾਈਆਂ ਤੇ ਆਪਣੇ ਆਪ ਨੂੰ ਕਈ ਵਾਰ ਰਾਣੀ ਝਾਂਸੀ ਨਾਲ ਤੁਲਨਾ ਦਿੰਦੀ। ਇੱਕ ਵਾਰ ਕਿਧਰੇ ਜਾਂਦਿਆਂ ਉਹਨੇ ਬਠਿੰਡੇ 'ਚ ਰਾਣੀ ਝਾਂਸੀ ਦਾ ਬੁੱਤ ਵੇਖਿਆ ਸੀ ਤੇ ਉਹਦਾ ਜੀ ਕਰਦਾ ਹੁੰਦਾ ਸੀ ਉਹ ਵੀ ਘੋੜੇ ਤੇ ਬੈਠ ਕੇ ਨੰਗੀ ਤਲਵਾਰ ਹੱਥ 'ਚ ਲੈ ਕੇ ਪਟੜੀ ਫੇਰ ਗੇੜਾ ਦੇਵੇ। ਚੋਣਾਂ ਫੇਰ ਆ ਗਈਆਂ। ਚੰਦ ਕੌਰ ਪਿੰਡ ਦੇ ਘਰਾਂ 'ਚ ਪਾਗਲਾਂ ਵਾਂਗ ਘੁੰਮੀ। ਹੁਣ ਉਹਦੇ ਵਕਾਰ ਦਾ ਸਵਾਲ ਸੀ। ਉਹ ਸਿੱਧੀ ਸਰਪੰਚ ਲਈ ਚੋਣਾਂ 'ਚ ਖੜੀ ਹੋਈ। ਉਹ ਜਾਣਦੀ ਸੀ ਜੇ ਹਾਰ ਗਈ ਤਾਂ ਲੋਕ ਉਹਨੂੰ ਪਿੱਛੇ ਪਿੰਡੋਂ ਕੱਢਣ ਤਾਈਂ ਜਾਣਗੇ ਤੇ ਜੇ ਜਿੱਤ ਗਈ ਤਾਂ ਰਹਿੰਦੇ ਖੁੰਦੇ ਵਿਰੋਧੀਆਂ ਨੂੰ ਵੀ ਟਿਕਾਣੇ ਲਾ ਦੇਗੀ। ਕਿਸੇ ਨੂੰ ਰੋਹਬ ਨਾਲ, ਕਿਸੇ ਨੂੰ ਚਾਲ ਨਾਲ, ਕਿਸੇ ਨੂੰ ਪਿੰਡ ਦੀ ਧੀ ਧਿਆਣੀ ਦੀ ਲਾਜ ਰੱਖਣ ਲਈ ਪ੍ਰੇਰਦੀ। ਕਈ ਮਾੜਿਆਂ ਸਾਹਮਣੇ ਹਿੱਕ ਥਾਪੜ ਕੇ ਆਖਦੀ, ਬੱਚੂ ਜੇ ਦੂਸਰਾ ਜਿੱਤ ਗਿਆ ਤਾਂ ਦੇਖੀ ਮੇਰੇ ਕਾਰੇ ਪਿੰਡ ਫੂਕ ਦੂੰ। ਤੇ ਕਦੇ ਨਰਮ ਪੈਂਦੀ, ਲੋਕਾਂ ਨੂੰ ਸ਼ੇਰਾ, ਡੱਡੇ, ਬਿੱਲੂ, ਚਾਚੀ, ਬੇਬੇ ਆਖਦੀ। ਉਹਦੇ ਮਗਰ ਟੁੱਕੜ ਬੋਚਾਂ ਦੀ ਵਹੀਰ ਹੁੰਦੀ। ਹਰੀ ਜਨਾਂ 'ਚ ਉਹਨੇ ਨੋਟ ਵੀ ਵੰਡੇ। ਚੋਣਾਂ ਦਾ ਦਿਨ ਆ ਗਿਆ। ਚੰਦ ਕੌਰ ਦੀ ਟਰੈਕਟਰ ਟਰਾਲੀ ਸਾਰਾ ਦਿਨ ਘੁੰਮਦੀ ਰਹੀ। ਉਹਦੇ ਚੇਲੇ ਚਾਟੜੇ ਦਿਨੇ ਹੀ ਸ਼ਰਾਬ ਨਾਲ ਰੱਜੇ ਫਿਰਦੇ ਰਹੇ ਤੇ ਦੁਪਹਿਰੋਂ ਬਾਅਦ ਉਹਨਾਂ ਨੇ ਬੂਥ ਤੇ ਕਬਜ਼ਾ ਕਰ ਲਿਆ। ਚੰਦ ਕੌਰ ਇੱਕ ਵਾਰ ਫੇਰ ਸਰਪੰਚ ਬਣ ਗਈ। ਲੋਕਾਂ ਲਈ ਇਹ ਸਾਰਾ ਕੁਝ ਇੱਕ ਅਚੰਭੇ ਵਾਂਗ ਸੀ। ਚੰਦ ਕੌਰ ਦਾ ਹਾਰ ਪਾ ਕੇ ਜਲੂਸ ਕੱਢਿਆ ਗਿਆ। ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਉਹ ਸੋਚਦੇ ਸਨ ਐਡਾ ਜ਼ੋਰ ਤਾਂ ਕੋਈ ਵਿਧਾਨ ਸਭਾ ਦੀਆਂ ਚੋਣਾਂ ਤੇ ਨਹੀਂ ਲਾਉਂਦਾ। ਚੰਦ ਕੌਰ ਦਾ ਲੜਕਾ ਸੱਜਣ ਜਵਾਨ ਹੋ ਰਿਹਾ ਸੀ ਤੇ ਇਹਨਾਂ ਚੋਣਾਂ 'ਚ ਆਪਣੀ ਟੋਲੀ ਦਾ ਮੋਹਰੀ ਬਣਿਆ ਰਿਹਾ ਸੀ। ਸ਼ਰਾਬ ਦੇ ਖੁੱਲ੍ਹੇ ਦੌਰ ਉਹਨੇ ਚਲਾਏ ਸਨ ਤੇ ਜਦੋਂ ਚੰਦ ਕੌਰ ਦੇ ਸਰਪੰਚ ਬਣਨ ਦਾ ਐਲਾਨ ਹੋਇਆ ਤਾਂ ਉਹਨੇ ਛੱਤ ਤੇ ਚੜ੍ਹ ਕੇ ਬੱਕਰੇ ਬੁਲਾਏ, ਵਿਰੋਧੀਆਂ ਨੂੰ ਸ਼ਰੇਆਮ ਗਾਲਾਂ ਕੱਢੀਆਂ ਤੇ ਹਵਾਈ ਫਾਇਰ ਕੀਤੇ। ਚੋਣਾਂ ਮਗਰੋਂ ਕੁਝ ਦਿਨ ਸਾਹ ਲੈ ਕੇ ਚੰਦ ਕੌਰ ਵਿਰੋਧੀਆਂ ਤੋਂ ਤੇ ਜਿੰਨਾ ਉੱਪਰ ਉਹਨੂੰ ਸ਼ੱਕ ਸੀ ਕਿ ਮੈਨੂੰ ਵੋਟ ਨਹੀਂ ਪਾਈ, ਉਹਨਾਂ ਤੋਂ ਬਦਲੇ ਲੈਣ ਲੱਗੀ। ਹਰੀਜਨ ਵੀ ਚੰਦ ਕੌਰ ਦੀਆਂ ਅੱਖਾਂ 'ਚ ਰੜਕ ਬਣੇ। ਉਹਨਾਂ ਨੇ ਸਰਪੰਚ ਲਈ ਆਪਣਾ ਉਮੀਦਵਾਰ ਖੜਾ ਕੀਤਾ ਸੀ। ਚੰਦ ਕੌਰ ਸਾਰਿਆਂ ਨੂੰ ਖੂੰਜੇ ਲਾਉਣ ਲਈ ਕਿਸੇ ਢੁਕਵੇਂ ਸਮੇਂ ਦੀ ਉਡੀਕ ਕਰਨ ਲੱਗੀ। ਪੰਚਾਇਤ ਕੋਲ ਫੰਡ ਸੀ। ਪਿੰਡ 'ਚ ਹਸਪਤਾਲ ਤੇ ਪਾਣੀ ਵਾਲੀ ਟੈਂਕੀ ਬਣਨ ਦੀਆਂ ਸਕੀਮਾਂ ਸਨ। ਪਿਛਲੇ ਸਾਲ ਹੀ ਪਿੰਡ ਫੋਕਲ ਪੁਆਇੰਟ 'ਚ ਆਇਆ ਸੀ। ਦਾਣਿਆਂ ਲਈ ਮੰਡੀ ਵੀ ਬਣਨੀ ਸੀ। ਡੂਮਾਂ, ਜੋੜੇ, ਕੁੱਤਿਆਂ ਖਾਧੇ। ਚੰਦ ਕੌਰ ਫੰਡਾਂ ਤੇ ਆਪਣਾ ਅਧਿਕਾਰ ਸਮਝਦੀ ਸੀ। ਉਹਨੇ ਹਸਪਤਾਲ ਦਾ ਠੇਕਾ ਆਪਣੇ ਪੁੱਤਰ ਸੱਜਣ ਨੂੰ ਦਵਾ ਦਿੱਤਾ। ਇਹਨਾਂ ਦਿਨਾਂ 'ਚ ਹੀ ਹਰੀਜਨ ਸ਼ਾਮਲਾਟ ਦੀ ਜਗ੍ਹਾ 'ਚ ਕੰਧ ਕਰਕੇ ਗੁਰਦੁਆਰੇ ਦੀ ਪੂਰਬ ਵਾਲੀ ਬਾਹੀ ਉੱਟਣ ਲੱਗੇ। ਇੱਟਾਂ ਮੰਗਵਾ ਲਈਆਂ, ਕਾਰੀਗਰ ਲੱਗ ਗਏ। 2 ਦਿਨਾਂ 'ਚ ਹੀ ਕੰਧ ਬੰਦੇ ਦੇ ਸਿਰ ਤੋਂ ਉੱਚੀ ਉਸਾਰ ਦਿੱਤੀ। ਚੰਦ ਕੌਰ ਨੂੰ ਕਿਸੇ ਪੁੱਛਿਆ ਨਹੀਂ, ਦੱਸਿਆ ਨਹੀਂ ਤੇ ਪਿੰਡ 'ਚ ਕੋਈ ਭੰਨ ਘੜ ਹੋਵੇ ਤੇ ਚੰਦ ਕੌਰ ਦੀ ਸਲਾਹ ਨਾ ਲਈ ਜਾਵੇ। ਇਹ ਕੰਧ ਚੰਦ ਕੌਰ ਲਈ ਸਿੱਧੀ ਵੰਗਾਰ ਸੀ। ਉਹਨੇ ਬੰਦੇ ਭੇਜੇ ਤੇ ਕੰਧ ਦੀ ਉਸਾਰੀ ਰੁਕਵਾ ਦਿੱਤੀ। ਕਾਰੀਗਰ ਤੇ ਮਜ਼ਦੂਰ ਪੈੜ ਤੋਂ ਛਾਲਾ ਮਾਰ ਕੇ ਹੇਠਾਂ ਉਤਰ ਆਏ। ਵਿਹੜੇ ਦਾ ਇਕੱਠ ਹੋ ਗਿਆ। ਅੱਧੇ ਕੁ ਘੰਟੇ ਵਿੱਚ ਹੀ ਲਾਲਾ ਹੋਣ ਲੱਗੀ। ਚੰਦ ਕੌਰ ਦੇ ਵਿਰੋਧੀਆਂ ਨੇ ਕੰਨ ਚੁੱਕੇ, ਗੱਲ ਵਧੀਆ, ਸ਼ਾਮਲਾਟ ਚੰਦ ਕੌਰ ਦੇ ਪਿਓ ਦੀ ਹੈ। ਹੁਣ ਹਰੀਜਨ ਉਹਨਾਂ ਦੀ ਧਿਰ ਬਣ ਸਕਦੇ ਹਨ ਜੇ ਕੰਧ ਇੱਥੇ ਹੀ ਰਵੇ। ਨਾਲੇ ਧਰਮ ਕਾਰਜ ਵਿੱਚ ਜਗ੍ਹਾ ਕੰਮ ਆਵੇ, ਹੋਰ ਕੀ ਵਡੇਵੇਂ ਚਾਹੀਦੇ ਆ। ਤੇ ਇੱਕ ਦੋ ਨੇ ਕਿਹਾ ਵੀ ਚੰਦ ਕੌਰ ਹੁਣ ਨਵੀਆਂ ਲੀਕਾਂ ਖਿੱਚਣ ਲੱਗੀ ਹੈ, ਭੱਜਿਆਂ ਨੂੰ ਵਾਹਣ ਇੱਕੋ ਜਿਹਾ ਹੈ। ਐ ਹੱਥ ਤੇ ਹੱਥ ਧਰ ਕੇ ਬਹਿ ਜਾਾਂਗੇ ਤਾਂ ਆਪਾਂ ਜਿਉਂਦੇ ਹੀ ਮਰ ਗਏ। ਤੇ ਉਹ ਸਾਰੇ ਆਪਣੇ ਹਮਾਇਤੀ ਲੈ ਕੇ ਵਿਹੜੇ ਆ ਗਏ। ਆਂਦੇ ਕੰਧ ਕੱਢੋ, ਦੇਖਦੇ ਆ ਕਿਹੜਾ ਆਉਂਦਾ। ਤੇ ਕੰਧ ਫੇਰ ਉਸਰਨ ਲੱਗੀ। ਜਦ ਚੰਦ ਕੌਰ ਨੂੰ ਪਤਾ ਲੱਗਿਆ ਤਾਂ ਉਹਨੇ ਬੜਕ ਮਾਰੀ, ਜਿਵੇਂ ਕੰਧ ਸਿਰੇ ਚੜ ਗਈ ਤਾਂ ਮੈਂ ਸਰਪੰਚੀ ਤੋਂ ਅਸਤੀਫਾ ਦੇ ਦੂੰ। ਦੋਵਾਂ ਧਿਰਾਂ ਲਈ ਕੰਧ ਵਕਾਰ ਦਾ ਸਵਾਲ ਬਣ ਗਈ। ਹਰੀਜਨ ਵਿਚਾਰੇ ਸੱਪ ਦੇ ਮੂੰਹ 'ਚ ਆਈ ਕੋੜ ਕਿਰਲੀ ਵਾਂਗ ਫਸ ਗਏ। ਕੰਧ ਢਾਉਂਦੇ ਸੀ ਤੇ ਇੱਕ ਧੜਾ ਕਹਿੰਦਾ ਸੀ, ਅਸੀਂ ਤੁਹਾਡੇ ਨਾਲ ਆ, ਕਾਹਨੂੰ ਮੋਕ ਮਾਰੀ ਜਾਂਦੇ ਹੋ। ਤੇ ਜੇ ਕੰਧ ਕੱਢਦੇ ਸੀ ਤੇ ਚੰਦ ਕੌਰ ਦੇ ਬੰਦੇ ਫਾਨਾ ਅੜਾਈ ਬੈਠੇ ਸੀ। ਦੁੱਖ ਤਾਂ ਇਹ ਸੀ ਵੀ ਚੰਦ ਕੌਰ ਤਾਂ ਸੀਰੀ ਕੇਸਰ ਵੀ ਸੱਜਣ ਤੇ ਚੰਦ ਕੌਰ ਦੀ ਬੋਲੀ ਬੋਲਦਾ ਸੀ। ਕੰਧ ਵਿਚਾਲੇ ਛੱਡ ਕਾਰੀਗਰ ਕਿਸੇ ਹੋਰ ਥਾਂ ਜਾ ਲੱਗੇ। ਦਿਨ ਚੜ੍ਹਦੇ ਪਿੰਡ 'ਚ ਤੋਮਤਾਂ ਦੀ ਧੂੜ ਉੱਡਣ ਲੱਗੀ ਤੇ ਰਾਤ ਤੀਕਰ ਸੰਘਣੀ ਹੁੰਦੀ ਗਈ। ਹਰ ਕੋਈ ਇੱਕ ਦੂਜੇ ਵੱਲ ਸ਼ੱਕ ਤੇ ਡਰ ਨਾਲ ਵੇਖਦਾ। ਲੋਕ ਇਉਂ ਸਹਿਮ ਗਏ ਜਿਵੇਂ ਸਰਹੱਦਾਂ ਤੇ ਜੰਗ ਛਿੜੀ ਹੋਵੇ। ਅੰਤਾਂ ਦੀ ਗਰਮੀ ਵਾਲੀ ਇੱਕ ਰਾਤ ਨੂੰ ਕੰਮਾਂ ਤੋਂ ਥੱਕ ਟੁੱਟ ਕੇ ਆਏ ਲੋਕ ਘੂਕ ਸੌਂ ਰਹੇ ਸੀ। ਹਰੀਜਨਾਂ ਦੇ ਗੁਰਦੁਆਰੇ ਦੀ ਅੱਧੀ
ਕੱਢੀ ਕੰਧ ਲਾਗੇ ਵੀ ਔਰਤਾਂ, ਬੱਚੇ, ਆਦਮੀ ਸੌਂ ਰਹੇ ਸੀ। ਰਾਤ ਕਿਸੇ ਪਾਪਣ ਦੇ ਇਰਾਦੇ ਵਾਂਗ ਧੜਕ ਰਹੀ ਤੇ ਚੁੱਪ ਸੀ। ਤੇ ਉਧਰ ਚੰਦਕੁਰ ਦਾ ਮੁੰਡਾ ਸੱਜਣ, ਉਹਨਾਂ ਦਾ ਸੀਰੀ ਕੇਸਰ ਤੇ ਉਹਦੀ ਜੁੰਡਲੀ ਦੇ ਯਾਰ ਸ਼ਰਾਬ ਦੇ ਰੱਜੇ ਹੋਏ ਘੁਸਰ-ਮੁਸਰ ਕਰ ਰਹੇ ਸਨ। ਬੋਤਲ 'ਚ ਬਾਕੀ ਰਹਿੰਦੀ ਸ਼ਰਾਬ ਗਲਾਸਾਂ 'ਚ ਪਾ ਕੇ ਉਹ ਸਾਰੇ ਇੱਕ ਦੂਜੇ ਵੱਲ ਭੇਦ ਭਰਿਆ ਜਿਹਾ ਝਾਕੇ ਤੇ ਇੱਕ ਦੂਸਰੇ ਨਾਲ ਹੱਥ ਮਿਲਾਇਆ। ਫਿਰ ਉਹਨਾਂ ਕੇਸਰ ਦੀ ਪਿੱਠ ਤੇ ਥਾਪੀ ਦਿੱਤੀ ਤੇ ਸੱਜਣ ਨੇ ਅੱਖ ਦੱਬ ਕੇ ਹਰੀ ਝੰਡੀ ਦੇ ਦਿੱਤੀ। ਕੇਸਰ ਨੇ ਇੱਕੋ ਸਾਹੇ ਗਲਾਸ ਖਾਲੀ ਕਰਕੇ ਟਰੈਕਟਰ ਜਾ ਕੱਢਿਆ। ਵੱਡੇ ਦਰਵਾਜ਼ੇ ਵਿੱਚੋਂ ਦੀ ਬਾਹਰ ਨਿਕਲ ਗਿਆ। ਪਿੰਡ ਦੀਆਂ ਗਲੀਆਂ ਉਹਦੇ ਮੂਹਰੇ ਪੁੱਠੀਆਂ ਹੋ ਕੇ ਤੁਰ ਪਈਆਂ। ਉਹਨੇ ਨਸ਼ੇ ਨਾਲ ਸੁੱਕੇ ਬੁੱਲਾਂ ਤੇ ਜੀਭ ਫੇਰੀ ਤੇ ਟਰੈਕਟਰਾਂ ਦੀ ਕਿੱਲੀ ਹੋਰ ਨੱਪ ਦਿੱਤੀ। ਕੁਝ ਮਿੰਟਾਂ ਬਾਅਦ ਹੀ ਰਾਤ ਨੇ ਚੰਗਿਆੜ ਮਾਰੀ। ਕੰਧ ਹੇਠਾਂ ਆ ਕੇ 11 ਜਾਨਾਂ ਗਈਆਂ, ਜਿਨ੍ਹਾਂ 'ਚੋਂ 4 ਬੱਚੇ, 3 ਔਰਤਾਂ ਵੀ ਸੀ। ਤੇ ਜਦੋਂ ਸਿਆਸਤ ਤਾਂਡਵ ਨਾਚ ਨੱਚਦੀ ਹੈ, ਉਦੋਂ ਉਹ ਅੱਖਾਂ ਤੇ ਪੱਟੀ ਬੰਨ੍ਹ ਲੈਂਦੀ ਹੈ, ਕੰਨਾਂ 'ਚ ਸਿੱਕਾ ਢਾਲ ਲੈਂਦੀ ਹੈ। ਉਹਦੇ ਖਰੀਦੇ ਕਰਿੰਦੇ ਅਜਿਹਾ ਅਜੀਬੋ ਗਰੀਬ ਸ਼ੋਰ ਪਾਉਂਦੇ ਹੈ, ਜਿਸ 'ਚ ਲੋਕਾਂ ਦੀਆਂ ਚੀਕਾਂ ਕੁਰਲਾਟਾਂ ਦੱਬ ਕੇ ਰਹਿ ਜਾਂਦੀਆਂ। ਅਗਲੀ ਸਵੇਰ ਚੰਦਕੌਰ ਘਟਨਾ ਵਾਲੀ ਥਾਂ ਤੇ ਗਈ। ਸਾਰਾ ਪਿੰਡ ਜੁੜਿਆ ਹੋਇਆ ਸੀ। ਹਰੀਜਨਾਂ ਦੇ ਕੁਝ ਮੋਹਤਬਰ ਥਾਣੇ ਚਲੇ ਗਏ ਸੀ। ਚੰਦਕੌਰ ਬਾਰ-ਬਾਰ ਕਾਰੀਗਰਾਂ ਨੂੰ ਦੋਸ਼ ਦੇ ਰਹੀ ਸੀ, ਕਹਿ ਰਹੀ ਸੀ, ਕੰਧ ਟੇਢੀ ਕੱਢੀ ਹੈ, ਮੈਂ ਇਹਨਾਂ ਤੇ ਕੇਸ ਕਰਾਂਗੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰਜਾਨਾ ਦਵਾਵਾਂਗੀ। ਉਹ ਇਹਨਾਂ ਪਰਿਵਾਰਾਂ ਦੇ ਘਰੇ ਹਮਦਰਦੀ ਵੀ ਦਿਖਾਉਣ ਗਈ ਤੇ ਮਗਰਮੱਛੀ ਹੰਝੂ ਵੀ ਘੇਰੇ। ਹਰੀਜਨ ਲਾਸ਼ਾਂ ਨੂੰ ਰੱਖੀ ਬੈਠੇ ਸਨ। ਪੁਲਿਸ ਨੂੰ ਮੌਕਾ ਵਿਖਾਉਣਾ ਜ਼ਰੂਰੀ ਸੀ। ਪੋਸਟਮਾਰਟਮ ਹੋਣੇ ਸਨ। ਚੰਦਕੌਰ ਇਹ ਸਾਰਾ ਕੁਝ ਨਹੀਂ ਸੀ ਹੋਣ ਦੇਣਾ ਚਾਹੁੰਦੀ। ਉਹਨੇ ਬੜੇ ਢੰਗ ਨਾਲ ਲਾਸ਼ਾਂ ਨੂੰ ਟਿਕਾਣੇ ਲਾਉਣ ਲਈ ਸਮਝਾਇਆ। ਜੋ ਹੋਣਾ ਸੀ ਭਾਈ, ਭਾਣਾ ਤਾਂ ਵਰਤ ਗਿਆ। ਹੁਣ ਤੁਸੀਂ ਇਹਨਾਂ ਮਾਸੂਮਾਂ ਨੂੰ ਕਿੱਥੇ ਰੋਲਦੇ ਫਿਰੋਗੇ? ਸਰਕਾਰੀ ਹਸਪਤਾਲਾਂ ਵਿੱਚ ਤਾਂ ਜਿਉਂਦਿਆਂ ਨੂੰ ਕੋਈ ਨਹੀਂ ਪੁੱਛਦਾ, ਤੇ ਇਹਨਾਂ ਦੀ ਮਿੱਟੀ ਕਾਹਨੂੰ ਖਰਾਬ ਕਰਦੇ ਹੋ? ਇਹਨਾਂ ਦਾ ਸੰਸਕਾਰ ਕਰੋ। ਜੇ ਪੈਸੇ ਧੇਲੇ ਦੀ ਲੋੜ ਹੈ, ਮੈਂ ਹਾਜ਼ਰ ਹਾਂ। ਮੁਸੀਬਤ ਵੇਲੇ ਮੈਂ ਤੁਹਾਡੇ ਨਾਲ ਖੜੀ ਹਾਂ। ਜਾਓ, ਸਾਡੇ ਬਾਹਰਲੇ ਘਰੋਂ ਲੱਕੜਾਂ ਚੁੱਕ ਲਿਆਓ, ਜਿੰਨੀਆਂ ਲੋੜ ਹੈ। ਤੇ ਉਧਰ ਚੰਦਕੌਰ ਦਾ ਮੁੰਡਾ ਸੱਜਣ ਜੇਬ 'ਚ ਨੋਟਾਂ ਦੀ ਗੱਟੀ ਪਾ ਕੇ ਤੜਕੇ ਹੀ ਥਾਣੇ ਚਲਾ ਗਿਆ ਸੀ ਤੇ ਉਹਨਾਂ ਨੂੰ 2 ਕੁ ਦਿਨ ਪਿੰਡ ਨਾ ਆਉਣ ਦੀ ਤਾਕੀਦ ਕਰ ਆਇਆ ਸੀ। ਚੰਦਕੌਰ ਨੇ 4 ਕਾਰੀਗਰ ਲਾ ਕੇ ਕੰਧ ਫੇਰ ਕਢਵਾਉਣੀ ਸ਼ੁਰੂ ਕਰਤੀ। ਇਹ ਵਧੀਕੀ ਹਰੀਜਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਸੀ। ਉਹ ਡਿੱਗੀ ਕੰਧ ਦੇ ਮਲਬੇ ਤੇ ਧਰਨਾ ਮਾਰ ਕੇ ਬੈਠ ਗਏ। ਚੰਦਕੌਰ ਦੇ ਹਮਾਇਤੀਆਂ ਡਾਂਗ ਦੇ ਜ਼ੋਰ ਤੇ ਲੋਕਾਂ ਨੂੰ ਚੁੱਪ ਕਰਵਾਤਾ। ਕੰਧ ਫੇਰ ਉਸਰਨ ਲੱਗੀ। ਥਾਣੇਦਾਰ ਆਪਣੇ ਸਿਪਾਹੀਆਂ ਨਾਲ ਇੱਕ ਦਿਨ ਮੌਕਾ ਵੇਖਣ ਆਇਆ। ਕੰਧ ਤਾਂ ਉੱਥੇ ਦੀ ਉੱਥੇ ਹੀ ਸੀ। ਹਰੀਜਨ ਖਾਮਖਾਹ ਚੰਦਕੌਰ ਨੂੰ ਬਦਨਾਮ ਕਰ ਰਹੇ ਸੀ। ਹਰੀਜਨ ਵੱਡੇ ਸੱਪ ਵਾਂਗ ਤੜਪੇ। ਐਤਕੀ ਤਾਂ ਕੇਸਰ ਵੀ ਵਿੱਚੇ ਵਿੱਚ ਰਿੱਝਿਆ। ਜੇ ਉਹ ਚੰਦਕੌਰ ਦੀ ਸ਼ਹਿ ਤੇ ਕਰਤੂਤ ਨਾ ਕਰਦਾ ਤਾਂ ਉਹਦੇ ਭਰਾ ਭਤੀਜੇ ਤੇ ਔਰਤਾਂ ਨਾ ਮਰਦੀਆਂ। ਅੰਦਰੇ ਅੰਦਰ ਉਹ ਆਪਣੇ ਤੇ ਲਾਹਨਤਾਂ ਪਾਉਣ ਲੱਗਿਆ। ਕੋਈ ਜ਼ੋਰ ਨਾ ਚੱਲਦਾ ਵੇਖ ਕੇ ਹਰੀਜਨ ਮਰਿਆਂ ਨੂੰ ਰੋ ਧੋ ਕੇ ਸਬਰ ਕਰਕੇ ਘਰੀ ਬਹਿ ਗਏ। ਚੰਦਕੌਰ ਦੀਆਂ ਚੜ੍ਹ ਮੱਚੀਆਂ, ਇੱਕ ਤੀਵੀਂ, ਦੂਜੀ ਛੱਡੀ ਹੋਈ, ਤੀਜੀ ਖਾੜਕੂ ਤੇ ਦਲੇਰ ਸਰਪੰਚ। ਆਂਢ ਗੁਆਂਢ ਦੇ ਕਈ ਪਿੰਡ ਹੈਰਾਨੀ ਨਾਲ ਉਹਨੂੰ ਵੇਖਣ ਆਉਂਦੇ। ਇਲਾਕੇ 'ਚ ਉਹਦੀਆਂ ਗੱਲਾਂ ਹੋਣ ਲੱਗੀਆਂ। ਉਹਦੇ ਕਾਰਨਾਮੇ ਵੇਖ ਕੇ ਉਹਨੂੰ 5 ਪਿੰਡਾਂ ਦੇ ਸਰਪੰਚਾਂ ਦਾ ਮੁਖੀ ਬਣਾ ਦਿੱਤਾ ਗਿਆ। ਇਹਨਾਂ ਦਿਨਾਂ 'ਚ ਕਿਸੇ ਗੱਲੋਂ ਮਾਂ ਪੁੱਤ 'ਚ ਖੜਕ ਪਈ। ਸੱਜਣ ਆਪਣੀਆਂ ਮਾਨਾਈਆਂ ਕਰਨ ਲੱਗ ਪਿਆ ਸੀ। ਚੰਦਕੌਰ ਹੋੜਦੀ ਸੀ। ਸੱਜਣ ਲਈ ਪਿੰਡ ਦੀ ਨੂੰਹ ਧੀ ਦੀ ਕੋਈ ਇੱਜ਼ਤ ਨਹੀਂ ਸੀ। ਬਾਹਰ ਖੇਤਾਂ 'ਚ ਪਾਈ ਬੈਠਕ ਅੰਦਰ ਨਿੱਤ ਨਵੇਂ ਕਬੂਤਰ ਉੱਡਣ ਲੱਗੇ। ਸੱਜਣ ਆਪਣੀ ਮਾਂ ਦੀ ਪਰਵਾਹ ਘੱਟ ਕਰਨ ਲੱਗਾ। ਬਾਹਰ ਲੋਕਾਂ ਲਈ ਚੰਦਕੌਰ ਭਾਵੇਂ ਹਊਆ ਸੀ, ਪਰ ਘਰ 'ਚ ਸੱਜਣ ਹੁਣ ਉਹਦਾ ਭੋਰਾ ਵੀ ਇੱਜ਼ਤ ਨਾ ਕਰਦਾ। ਦਿਨਾਂ 'ਚ ਹੀ ਘਰ ਅੰਦਰਲਾ ਤਣਾਅ ਕਾਫੀ ਵੱਧ ਗਿਆ। ਕਈ ਦਿਨ ਮਾਂ ਪੁੱਤ ਇੱਕ ਦੂਜੇ ਨਾਲ ਨਾ ਬੋਲਦੇ। ਗੱਲ ਇੱਥੋਂ ਤੀਕ ਵੱਧ ਗਈ। ਇੱਕ ਦਿਨ ਸੱਜਣ ਨੇ ਆਪਣੀ ਮਾਂ ਨੂੰ ਉਸ ਮੁੰਡੇ ਕੋਲੋਂ ਗਾਲਾਂ ਕਢਵਾ ਦਿੱਤੀਆਂ ਜਿਹਦਾ ਪਿਓ ਕੰਧ ਹੇਠਾਂ ਆ ਕੇ ਮਰਿਆ ਸੀ। ਗੁੱਸੇ 'ਚ ਮੁੰਡਾ ਚੰਦਕੌਰ ਨੂੰ ਮਾਰਨ ਦੀ ਧਮਕੀ ਵੀ ਦੇ ਗਿਆ ਤੇ ਸਹਿਮਿਆ ਜਿਹਾ ਬੜਕਾਂ ਵੀ ਮਾਰ ਗਿਆ। ਤੇ ਅਗਲੇ ਦਿਨ ਹੀ ਚੰਦਕੌਰ ਨੇ ਇਕੱਠ ਕਰ ਲਿਆ। ਉਹਨੇ ਸ਼ਰੇਆਮ ਐਲਾਨ ਕੀਤਾ, ਮੈਂ ਇਹਨਾਂ ਧਮਕੀਆਂ ਤੋਂ ਡਰਨ ਵਾਲੀ ਨਹੀਂ, ਮੈਨੂੰ ਮੁੱਠੀ ਭਰ ਆਦਮੀ ਸਿੱਧੇ ਕਰਨੇ ਆਉਂਦੇ ਐ। ਅੰਦਰੋਂ ਅੰਦਰ ਪੰਚਾਇਤ ਦੇ ਕੁਝ ਮੈਂਬਰ ਤੇ ਪਿੰਡ ਦੇ ਆਦਮੀ ਇਸ ਘਟਨਾ ਤੇ ਖੁਸ਼ ਵੀ ਸੀ। ਉਹ ਚਾਹੁੰਦੇ ਸੀ ਚੰਦਕੌਰ ਕਿਸੇ ਵੀ ਢੰਗ ਨਾਲ ਹੋਵੇ, ਪਾਸੇ ਹੋਵੇ। ਤੇ ਜਦੋਂ ਚੰਦਕੌਰ ਨੂੰ ਆਪਣੇ ਪੁੱਤ ਦੀਆਂ ਚਾਲਾਂ ਦਾ ਭੇਤ ਖੁੱਲਿਆ, ਉਹਨੂੰ ਗਾਲਾਂ ਕਢਵਾਉਣ 'ਚ ਸੱਜਣ ਦਾ ਹੀ ਹੱਥ ਸੀ, ਤਾਂ ਮਾਂ ਸਾਰਾ ਮੋਹ ਪਿਆਰ ਭੁੱਲ ਕੇ ਛੇਣੀ ਵਾਂਗ ਬਿਫਰੀ। ਸੱਜਣ ਇੱਕ ਪਾਸੇ ਹੀ ਹੋ ਗਿਆ। ਉਹ ਪੱਕਾ ਹੀ ਖੇਤ ਰਹਿਣ ਲੱਗਾ। ਸ਼ਰਾਬ ਪੀਣੀ, ਮੰਦਾ ਬੋਲਣਾ, 2 ਹੀ ਕੰਮ ਸੀ। ਹੁਣ ਚੰਦਕੌਰ ਦੇ ਹਮੈਤੀ ਤੇ ਸੱਜਣ ਦੇ ਹਮੈਤੀਆਂ ਦੇ ਗਰੁੱਪ ਬਣ ਗਏ। ਚੰਦਕੌਰ ਦੇ ਸਾਰੇ ਵਿਰੋਧੀ ਸੱਜਣ ਨਾਲ ਵੇਲੇ ਕੁਵੇਲੇ ਮਿਲਦੇ ਤੇ ਬਦਖੋਈਆਂ ਕਰਦੇ। ਤੇ ਇੱਕ ਦਿਨ ਆਥਣ ਦੇ ਘੁਸਮੁਸੇ ਜਿਹੇ 'ਚ ਚੰਦਕੌਰ ਦੇ ਆਦਮੀ ਸੱਜਣ ਦੇ ਸੱਟਾਂ ਮਾਰ ਗਏ। ਗੱਲ ਇੰਨੀ ਵੱਧ ਜਾਏਗੀ ਪਿੰਡ ਵਾਲਿਆਂ ਨੇ ਸੋਚਿਆ ਤੱਕ ਨਹੀਂ ਸੀ। ਉਹ ਤਾਂ ਸੋਚਦੇ ਸੀ ਮਾਂ ਪੁੱਤ ਐਵੇਂ ਡਰਾਮਾ ਜਿਹਾ ਕਰਕੇ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ। ਪਰ ਸਥਿਤੀ ਗੰਭੀਰ ਮੋੜ ਕੱਟ ਰਹੀ ਸੀ। ਕੇਸਰ ਕਈ ਦਿਨ ਸੱਜਣ ਦੀ ਮੱਲਮ ਪੱਟੀ ਕਰਦਾ ਰਿਹਾ।
ਇੱਕ ਪਾਸੇ ਚੰਦਕੌਰ ਦੇ ਘਰੇ ਤੇ ਦੂਜੇ ਪਾਸੇ ਖੇਤ ਵਿਚਲੀ ਬੈਠਕ 'ਚ ਹਰ ਰੋਜ਼ ਸਕੀਮਾਂ ਦੀ ਖਿਚੜੀ ਪੱਕਣ ਲੱਗੀ। ਇੱਕ ਦਿਨ ਅਚਾਨਕ ਪਿੰਡ 'ਚ ਹਾਹਾਕਾਰ ਮਚ ਗਈ। ਸਵੇਰੇ ਸਵੇਰੇ ਚੰਦਕੌਰ ਘਰੋਂ ਬਾਹਰ ਕਿਧਰੇ ਚੱਲੀ ਸੀ, ਤਖਤੇ ਓਲਿਓਂ ਨਿਕਲ ਕੇ ਕੇਸਰ ਨੇ ਕਿਰਪਾਨ ਨਾਲ ਉਹਦੀ ਧੌਣ ਲਾ ਸੁੱਟੀ। ਇਹ ਖਬਰ ਜਦੋਂ ਫੈਲੀ ਤਾਂ ਲੋਕਾਂ ਲਈ ਅੱਲੋਕਾਰ ਤੇ ਨਾ ਮੰਨਣ ਵਾਲੀ ਘਟਨਾ ਸੀ। ਵਹੀਰਾਂ ਚੰਦਕੌਰ ਦੇ ਘਰ ਵੱਲ ਉਮੜ ਪਈਆਂ। ਪਹਾੜੋਂ ਰਿੜ੍ਹਦੇ ਪੱਥਰਾਂ ਵਾਂਗ ਲੋਕ ਚੰਦਕੌਰ ਦੇ ਘਰ ਆ ਵੜੇ। ਕੁਝ ਘੰਟਿਆਂ ਬਾਅਦ ਲੰਘ ਮਾਰਦਾ ਚਿਹਰੇ ਉੱਪਰ ਉਪਰੀ ਜੀ ਚਿੰਤਾ ਲਟਕਾਈ ਸੱਜਣ ਵੀ ਆ ਗਿਆ। ਉਹ ਮਾਂ ਦੇ 2 ਟੁਕੜੇ ਹੋਈ ਲਾਸ਼ ਸਿਰਹਾਣੇ ਬੈਠ ਕੇ ਰੋਣ ਲੱਗਾ। ਥਾਣੇ ਖਬਰ ਗਈ ਤਾਂ ਪੁਲਿਸ ਆ ਗਈ, ਲਾਸ਼ ਨੂੰ ਪੋਸਟਮਾਰਟਮ ਕਰਨ ਲੈ ਗਈ। ਉਸੇ ਰਾਤ ਹਰੀਜਨਾਂ ਦੇ ਸਾਰੇ ਘਰ ਉਜਾੜ ਦਿੱਤੇ ਗਏ, ਘਰਾਂ ਨੂੰ ਅੱਗਾਂ ਲਗਾਈਆਂ ਗਈਆਂ ਤੇ ਜਿਹੜਾ ਸੱਜਣ ਦੇ ਬੰਦਿਆਂ ਮੂਹਰੇ ਅੜਿਆ ਜਾਂ ਜ਼ਖਮੀ ਹੋ ਗਿਆ ਜਾਂ ਮਾਰ ਦਿੱਤਾ ਗਿਆ। ਪੁਲਿਸ ਫੇਰ ਮੌਕਾ ਵੇਖਣ ਆਈ। ਤਬਾਹੀ, ਅੱਗਾਂ, ਮੌਤਾਂ, ਮਾਸੂਮਾਂ ਦੇ ਚਿਹਰਿਆਂ ਤੇ ਰਹਿਮ ਦੀ ਭੀਖ। ਕਠੋਰ ਥਾਣੇਦਾਰ ਵੀ ਪਸੀਜ ਗਿਆ। ਉਹਨੇ ਸੱਜਣ ਨੂੰ ਪਾਸੇ ਕਰਕੇ ਕਿਹਾ, ਇੰਨਾ ਤਾਂ ਜ਼ੁਲਮ ਨਹੀਂ ਸੀ ਕਰਨਾ ਚਾਹੀਦਾ। ਇਹ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ। ਆਪਣਾ ਵਕਾਰ ਤਾਂ ਮੈਨੂੰ ਬਣਾਉਣਾ ਹੀ ਪੈਣਾ ਸੀ। ਕੱਲ ਨੂੰ ਮੈਂ ਵੀ ਸਰਪੰਚ ਬਣਨਾ। ਆਪਣੇ ਲੋਕਾਂ ਤੋਂ ਵੋਟਾਂ ਕਿਹੜੇ ਮੂੰਹ ਨਾਲ ਮੰਗਾਂਗਾ ਜੇ ਆਪਣੀ ਮਾਂ ਦਾ ਬਦਲਾ ਵੀ ਨਾ ਲੈ ਸਕਿਆ। ਥਾਣੇਦਾਰ ਚੁੱਪ ਕਰ ਗਿਆ। ਘਟਨਾ ਨੂੰ ਬੇਹੱਦ ਉਛਾਲਿਆ ਗਿਆ। ਇਲਾਕੇ ਦੇ ਪਤਵੰਤੇ ਤੇ ਸਰਕਾਰੀ ਅਧਿਕਾਰੀ ਚੰਦਕੌਰ ਦੇ ਅੰਤਮ ਸੰਸਕਾਰ ਵੇਲੇ ਹਾਜ਼ਰ ਹੋਏ। ਚੰਦਕੌਰ ਦੇ ਭੋਗ ਵਾਲੇ ਦਿਨ ਦੀ ਖਬਰ ਅਖਬਾਰਾਂ 'ਚ ਵੀ ਛਪੀ। ਇਸ ਦਿਨ ਭਾਰੀ ਇਕੱਠ ਹੋਣ ਦੀ ਸੰਭਾਵਨਾ ਸੀ। ਘਰ ਦੇ ਬਾਹਰ ਵੀ ਕਨਾਤਾਂ ਲਾ ਕੇ ਲੋਕਾਂ ਦੇ ਬੈਠਣ ਲਈ ਉਚੇਚਾ ਬੰਦੋਬਸਤ ਕੀਤਾ ਗਿਆ। ਭੋਗ ਦਾ ਦਿਨ ਆ ਗਿਆ। ਇਲਾਕੇ ਦਾ SDM ਸਾਹਿਬ, MLA ਤੇ ਬਾਹਰਲੇ ਪਿੰਡਾਂ ਦੀਆਂ ਪੰਚਾਇਤਾਂ ਸ਼ਰਧਾਂਜਲੀਆਂ ਭੇਟ ਕਰਨ ਲਈ ਪਹੁੰਚੀਆਂ। ਹਰ ਕੋਈ ਚੰਦਕੌਰ ਦੀਆਂ ਸਿਫਤਾਂ ਕਰਦਾ, ਕਈ ਤਾਂ ਉਹਨੂੰ ਸ਼ਹੀਦ ਤੱਕ ਕਹਿ ਗਏ। ਕਿਸੇ ਇੱਕ ਨੇ ਵੀ ਮਾਰੇ ਗਏ ਹਰੀਜਨਾਂ ਲਈ ਹਾਂ ਦਾ ਨਾਰਾ ਨਾ ਮਾਰਿਆ। ਇਹ ਸਾਰੇ ਜਲਸੇ ਵਰਗੇ ਮਾਤਮ ਵਿੱਚ ਕੇਸਰ ਅਣਗੌਲਿਆ ਹੀ ਰਿਹਾ। ਸਾੜ ਫੂਕ 'ਚ ਉਹਦਾ ਬੁੱਢਾ ਪਿਓ ਮਾਰਿਆ ਗਿਆ ਸੀ। ਕਿਸੇ ਤਰ੍ਹਾਂ ਲੁੱਕ ਕੇ ਭੱਜ ਕੇ ਘਰ ਵਾਲੀ ਤੇ ਬੱਚੇ ਮੁਸ਼ਕਲ ਨਾਲ ਬਚੇ ਸਨ। ਇੱਧਰ ਮਾਤਮੀ ਪੰਡਾਲ 'ਚ ਕਈ ਅਹਿਮ ਐਲਾਨ ਹੋਏ। ਸੱਜਣ ਨੇ SDM ਨਾਲ ਸਾਰੀ ਗੱਲ ਤੈਅ ਕਰ ਰੱਖੀ ਸੀ। ਉਹ ਜਾਣਦਾ ਸੀ ਨਵੇਂ ਸਰਪੰਚ ਲਈ ਅੰਦਰੇ ਅੰਦਰ ਫਿਰ ਖਿੱਚੋਤਾਣ ਹੋਣ ਲੱਗੀ ਹੈ। ਭੋਗ ਤੋਂ ਬਾਅਦ ਜੁੜੇ ਇਕੱਠ ਵਿੱਚ ਸ਼ਰਧਾਂਜਲੀਆਂ ਭੇਟ ਕਰਦਿਆਂ SDM ਸਾਹਿਬ ਬੋਲੇ, ਇਸ ਪਰਿਵਾਰ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਹਨ ਤੇ ਮੈਨੂੰ ਅਗਲੀਆਂ ਚੋਣਾਂ ਤੱਕ ਸਰਦਾਰ ਸੱਜਣ ਸਿੰਘ ਜੀ ਸਭ ਤੋਂ ਯੋਗ ਵਿਅਕਤੀ ਜਾਪਦੇ ਹਨ। ਮੈਂ ਤੁਹਾਡੇ ਵੱਲੋਂ ਬੇਨਤੀ ਕਰਦਾ ਕਿ ਉਸ ਸਰਪੰਚੀ ਦਾ ਭਾਰ ਆਪਣੇ ਮੋਢਿਆਂ ਉੱਪਰ ਚੁੱਕਣ। ਇਕੱਠ ਨੇ ਤਾੜੀਆਂ ਮਾਰ ਕੇ ਤੇ ਜੈਕਾਰੇ ਛੱਡ ਕੇ ਇਸ ਐਲਾਨ ਦਾ ਸਮਰਥਨ ਕਰ ਦਿੱਤਾ। ਅੰਦਰੇ ਅੰਦਰ ਕੁਝ ਲੋਕਾਂ ਨੇ ਵਿਸਕੋਲੀ ਤੇ ਪੰਡਾਲ 'ਚ ਉੱਠ ਕੇ ਚਲੇ ਗਏ। ਦੂਰ ਲੋਕਾਂ ਦੀਆਂ ਲਾਈਆਂ ਜੁੱਤੀਆਂ ਕੋਲ ਖੜਾ ਕੇਸਰ ਆਪਣੇ ਆਪ 'ਚ ਰਿੱਝ ਰਿਹਾ ਸੀ। ਸੱਜਣ ਦੇ ਇਸ਼ਾਰੇ ਤੇ ਉਹਨੇ ਸਾਰੀ ਕਾਰਵਾਈ ਕੀਤੀ ਸੀ। ਸਾਰਿਆਂ ਦੇ ਨਾਲ ਉਹਦਾ ਘਰ ਵੀ ਤਬਾਹ ਹੋਇਆ ਸੀ। ਉਹ ਸੋਚ ਰਿਹਾ ਸੀ, ਜੇ ਮੈਂ ਆਪਣੇ ਭਰਾਵਾਂ ਨਾਲ ਖੜਦਾ ਤਾਂ ਸ਼ਾਇਦ ਅੱਜ ਅਜਿਹਾ ਨਾ ਹੁੰਦਾ। ਹੁਣ ਉਹ ਸੱਜਣ ਵੱਲੋਂ ਵੀ ਗਿਆ ਤੇ ਆਪਣੇ ਭਾਈਚਾਰੇ ਵੱਲੋਂ ਵੀ। ਉਹਨੇ ਲੋਕਾਂ ਦੇ ਇਕੱਠ ਵੱਲ ਘੂਰਿਆ ਤੇ ਪਰਾਂ ਪਤਵੰਤਿਆਂ 'ਚ ਘਿਰਿਆ ਸੱਜਣ ਵੇਖਿਆ। ਇਹ ਸਾਰਾ ਕੁਝ ਉਹਨੂੰ ਓਪਰਾ ਲੱਗਿਆ। ਕੇਸਰ ਨੇ ਪੰਡਾਲ ਵੱਲ ਦੇਖ ਕੇ ਥੁੱਕਿਆ ਤੇ ਵਿਹੜੇ ਵੱਲ ਨੂੰ ਤੁਰ ਪਿਆ। ਗੁਰਦੁਆਰੇ ਦੀ ਕੰਧ ਕੋਲ ਆ ਕੇ ਆਪ ਮੁਹਾਰੇ ਉਹਦੇ ਪੈਰ ਰੁਕ ਗਏ ਤੇ ਜਿਵੇਂ ਉਹ ਕੰਧ ਨਾਲ ਗੱਲਾਂ ਕਰਨ ਲੱਗਾ। ਇੰਨੇ ਵਰੇ ਮੈਂ ਹਨੇਰੇ 'ਚ ਹੀ ਜੀਵਿਆ ਹਾਂ। ਆਪਣੇ ਭਰਾਵਾਂ ਨਾਲੋਂ ਟੁੱਟ ਕੇ ਭਲਾ ਮੇਰੀ ਕੋਈ ਜੂਨ ਸੀ? ਲੋੜ ਵੇਲੇ ਤਾਂ ਭਰਾ ਹੀ ਮੇਰੇ ਨਾਲ ਖੜਨਗੇ। ਤੇ ਉਹ ਵਿਹੜੇ ਵੱਲ ਐਂ ਤੁਰਦੀ ਨਿਗਾਹ ਝਾਕਿਆ ਜਿਵੇਂ ਆਪਣੇ ਕੀਤੇ ਕਤਰੇ ਦੀ ਸਭਨਾਂ ਕੋਲੋਂ ਮਾਫੀ ਮੰਗ ਰਿਹਾ ਹੋਵੇ। ਹੁਣ ਅਸੀਂ ਦੇਖਾਂਗੇ ਤੈਨੂੰ ਸੱਜਣਾ। ਉਹਨੇ ਸਾਰੇ ਵਿਹੜੇ ਵੱਲੋਂ ਵੰਗਾਰਿਆ ਜਿਵੇਂ ਤੇ ਕੰਧ ਲਾਗਲੀ ਭਾਰੀ ਨਿੰਮ ਦੀ ਸੰਘਣੀ ਛਾਂ ਨੇ ਉਹਨੂੰ ਇਉਂ ਬੁੱਕਲ 'ਚ ਲੈ ਲਿਆ ਜਿਵੇਂ ਕੋਈ ਮਾਂ ਆਪਣੇ ਗੁਆਚੇ ਬੱਚੇ ਦੇ ਘਰ ਮੁੜਨ ਤੇ ਹਿੱਕ ਨਾਲ ਲਾਉਂਦੀ ਹੈ। ਧੰਨਵਾਦ।